ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਰੀ ਫਕੀਰੀ ਨੂਰ ਵਿੱਚ, ਜਿਸ ਵਿੱਚ ਅਸੀਂ ਤੁਹਾਨੂੰ ਪੀਰਾਂ ਫਕੀਰਾਂ ਦੇ ਕਲਮੇ, ਦੇਵੀ ਦੇਵਤਿਆਂ ਦੀ ਸਾਧਨਾ ਅਤੇ ਵਿਧੀ ਵਿਧਾਨ ਬਾਰੇ ਦੱਸਦੇ ਹਾਂ। ਅੱਜ ਅਸੀਂ ਤੁਹਾਨੂੰ ਕੋਲ ਸੁਣਾਉਣ ਜਾ ਰਹੇ ਹਾਂ, ਜੋ ਕਿ ਇੱਕ ਫਕੀਰ ਤੇ ਗਰੀਬ ਮੁੰਡੇ ਦਾ ਹੈ। ਤੁਸੀਂ ਫਕਰਾਂ ਦਾ ਰੁਤਬਾ ਤਾਂ ਜਾਣਦੇ ਹੋ, ਕਿਉਂਕਿ ਰੱਬ ਦਾ ਬੰਨਿਆ ਸੰਗਲਾਂ ਨਾਲ ਫੱਕਰ ਆਣ ਛੜਾਵੇ। ਫੱਕਰ ਦਾ ਬੰਨਿਆ ਕੱਚੇ ਧਾਗਿਆਂ ਨਾਲ ਰੱਬ ਵੀ ਖੋਲ ਨਾ ਪਾਵੇ, ਕਿਉਂਕਿ ਫੱਕਰਾਂ ਨੇ ਰੱਬ ਵੱਸ ਕੀਤਾ ਪਾ ਕੇ ਡੋਰਾਂ ਇਸ਼ਕ ਦੀਆਂ। ਸਾਧ ਦਾ ਬੋਲਿਆ ਸਹਿਜ ਸੁਭਾਏ, ਸਾਧ ਦਾ ਬੋਲਿਆ ਬਿਰਥਾ ਨਾ ਜਾਏ। ਅੱਜ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਕਿਸ ਤਰ੍ਹਾਂ ਇੱਕ ਗਰੀਬ ਮੁੰਡੇ ਨੂੰ ਇੱਕ ਫਕੀਰ ਨੇ ਜੱਜ ਬਣਾਇਆ। ਸੋ ਅੱਜ ਉਹਨਾਂ ਦਾ ਕੋਲ ਸੁਣਾਉਂਦੇ ਹਾਂ ਤੁਹਾਨੂੰ। ਇਹ ਵਾਕਿਆ ਬਹੁਤ ਸਮਾਂ ਪਹਿਲਾਂ ਤੋਂ ਹੈ। ਇਹ ਵਾਕਿਆ ਹੁਸ਼ਿਆਰਪੁਰ ਜ਼ਿਲ੍ਹਾ ਦੇ ਇੱਕ ਪਿੰਡ ਦਾ ਹੈ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਤੇ ਗਰਮੀਆਂ ਦੇ ਦਿਨ ਸਨ। ਇੱਕ ਗਰੀਬ ਘਰ ਦਾ ਮੁੰਡਾ ਸੀ। ਉਹ ਕਾਫੀ ਪੜ੍ਹਿਆ ਹੋਇਆ ਸੀ ਤੇ ਨੌਕਰੀ ਨਾ ਮਿਲਣ ਕਰਕੇ ਆਪਣੇ ਪਿਤਾ ਨਾਲ ਹੀ ਕੰਮ ਤੇ ਜਾਇਆ ਕਰਦਾ ਸੀ। ਉਸ ਦਾ ਪਿਤਾ ਰਾਜ ਮਿਸਤਰੀ ਸੀ ਔਰ ਉਹ ਮਿਸਤਰੀਆਂ ਦਾ ਕੰਮ ਕਰਦਾ ਸੀ। ਸੋ ਇੱਕ ਦਿਨ ਉਹ ਲੜਕਾ ਆਪਣੇ ਪਿਤਾ ਨਾਲ ਕੰਮ ਤੇ ਗਿਆ ਸੀ ਔਰ ਜੋ ਰਾਜ ਮਿਸਤਰੀ ਦਾ ਕੰਮ ਕਰਦੇ ਸਨ, ਉਹਨਾਂ ਨੂੰ ਕੰਮ ਮਿਲਿਆ ਹੋਇਆ ਸੀ। ਉਹ ਇੱਕ ਦਿਨ ਕਿਸੇ ਦੇ ਖੇਤਾਂ ਵੱਲ ਹਵੇਲੀ ਬਣਾ ਰਹੇ ਸੀ ਅਤੇ ਆਲੇ ਦੁਆਲੇ ਉਸ ਦੀ ਇੱਟਾਂ ਨਾਲ ਚਾਰ ਦੀਵਾਰੀ ਕਰ ਰਹੇ ਸੀ। ਜਦੋਂ ਉੱਥੇ ਉਹ ਕੰਮ ਕਰ ਰਹੇ ਸਨ ਤਾਂ ਦੁਪਹਿਰ ਦਾ ਟਾਈਮ ਸੀ ਅਤੇ ਗਰਮੀਆਂ ਦੇ ਦਿਨ ਸਨ। ਤਾਂ ਉਹ ਲੜਕਾ ਨਲਕੇ ਤੋਂ ਬਾਲਟੀ ਵਿੱਚ ਪਾਣੀ ਭਰ ਰਿਹਾ ਸੀ ਤਾਂ ਉੱਥੇ ਇੱਕ ਫਕੀਰ ਆਉਂਦਾ ਹੈ, ਜਿਸ ਨੇ ਫੱਟੇ ਪੁਰਾਣੇ ਕੱਪੜੇ ਪਾਏ ਹੋਏ ਸੀ। ਉਸ ਫਕੀਰ ਨੇ ਲੜਕੇ ਕੋਲੋਂ ਪਾਣੀ ਮੰਗਿਆ ਤਾਂ ਉਸ ਮੁੰਡੇ ਨੇ ਉਹਨਾਂ ਨੂੰ ਪਾਣੀ ਪਿਆਇਆ। ਸੋ ਗਰਮੀ ਬਹੁਤ ਜ਼ਿਆਦਾ ਸੀ ਤਾਂ ਫਕੀਰ ਨੇ ਲੜਕੇ ਕੋਲੋਂ ਪਾਣੀ ਮੰਗਿਆ ਤੇ ਉਸ ਮੁੰਡੇ ਨੇ ਉਹਨਾਂ ਨੂੰ ਪਾਣੀ ਪਿਆਇਆ। ਫਕੀਰ ਨੇ ਪਾਣੀ ਪੀਤਾ ਤੇ ਲੜਕੇ ਨੂੰ ਪੁੱਛਿਆ, ਪੁੱਤ ਕੀ ਕੰਮ ਕਰਦਾ ਹੈ? ਤਾਂ ਲੜਕੇ ਨੇ ਕਿਹਾ, ਬਾਬਾ ਜੀ ਤੁਹਾਡੇ ਸਾਹਮਣੇ ਹੀ ਆ, ਦਿਹਾੜੀ ਦਾ ਕੰਮ ਕਰਦਾ ਹਾਂ, ਹੋਰ ਕੀ ਕਰਨਾ ਹੈ? ਮੈਂ ਕਿਹੜਾ ਜੱਜ ਲੱਗਾ ਹਾਂ? ਘਾਈਆਂ ਦੇ ਪੁੱਤਾਂ ਨੇ ਘਾਹ ਹੀ ਖੋਤਣਾ ਹੈ। ਜੋ ਪਿਓ ਕਰਦਾ ਸੀ ਉਹ ਕੰਮ ਕਰਦਾ ਹਾਂ ਹੁਣ। ਫਕੀਰ ਮੁਸਕਰਾਇਆ ਤੇ ਹੱਸਿਆ। ਉਸ ਨੇ ਕਿਹਾ, ਕਾਕਾ ਦੁਬਾਰਾ ਬੋਲ, ਕੀ ਕਿਹਾ? ਮੈਨੂੰ ਸੁਣਿਆ ਨਹੀਂ। ਤਾਂ ਲੜਕੇ ਨੇ ਫਿਰ ਕਿਹਾ, ਬਾਬਾ ਜੀ ਮੈਂ ਕਿਹੜਾ ਜੱਜ ਲੱਗਾ ਹਾਂ, ਘਾਈਆਂ ਦੇ ਪੁੱਤਾਂ ਨੇ ਘਾਹ ਹੀ ਖੋਤਣਾ ਹੈ। ਬਾਬੇ ਨੇ ਲੜਕੇ ਦੇ ਚਿਹਰੇ ਵੱਲ ਨਿਗਾਹ ਮਾਰੀ ਤੇ ਕਿਹਾ, ਜਾ ਪੁੱਤ ਹੁਣ ਜੱਜ ਹੀ ਲੱਗੇਗਾ। ਜਦੋਂ ਫਕੀਰ ਨੇ ਕਿਹਾ ਕਿ ਜਾ ਪੁੱਤ ਹੁਣ ਜੱਜ ਹੀ ਲੱਗੇਗਾ ਤੇ ਲੜਕਾ ਹੱਸਦਾ ਹੋਇਆ ਬੋਲਿਆ, ਜਾ ਬਾਬਾ ਆਪਣਾ ਕੰਮ ਕਰ। ਫਕੀਰ ਨੇ ਚੰਗਾ ਪੁੱਤ ਤੇਰੇ ਨਾਲ ਕੋਲ ਕਰ ਚੱਲੇ ਹਾਂ ਕਹਿ ਕੇ ਚਲਾ ਗਿਆ ਫਕੀਰ। ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਫਕੀਰ ਕੀ ਬੋਲ ਗਿਆ ਹੈ। ਸੋ ਕਿਉਂਕਿ ਸਾਧ ਦਾ ਬੋਲਿਆ ਸਹਿਜ ਸੁਭਾਏ, ਸਾਧ ਦਾ ਬੋਲਿਆ ਬਿਰਥਾ ਨਾ ਜਾਏ। ਸਾਧ ਜੋ ਮੂੰਹ ਵਿੱਚੋਂ ਬੋਲ ਦੇਣ ਮੌਜ ਵਿੱਚ ਆ ਕੇ ਸੋ ਪੂਰਾ ਹੋ ਜਾਂਦਾ ਹੈ। ਇਸੇ ਲਈ ਸਾਧ ਬਹੁਤ ਘੱਟ ਬੋਲਦੇ ਹਨ। ਸੋ ਜਦੋਂ ਕੁਝ ਸਮਾਂ ਬੀਤ ਜਾਂਦਾ ਹੈ ਤਾਂ ਉਹ ਲੜਕਾ ਸੱਚਮੁੱਚ ਹੀ ਜੱਜ ਬਣ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਹਨ, ਇਸ ਤਰ੍ਹਾਂ ਦੇ ਉਸ ਨੂੰ ਰਾਹ ਮਿਲ ਜਾਂਦੇ ਹਨ। ਸੋ ਲੜਕਾ ਕੁਝ ਸਮੇਂ ਬਾਅਦ ਸੱਚ ਮੁੱਚ ਵਿੱਚ ਹੀ ਜੱਜ ਦੀ ਕੁਰਸੀ 'ਤੇ ਬੈਠ ਜਾਂਦਾ ਹੈ, ਜੱਜ ਲੱਗ ਜਾਂਦਾ ਹੈ। ਸੋ ਫਕੀਰ ਦਾ ਕੋਲ ਸੀ ਕਿ ਜਾ ਪੁੱਤ ਹੁਣ ਜੱਜ ਹੀ ਲੱਗੇਗਾ। ਉਸ ਲੜਕੇ ਨੂੰ ਅੱਜ ਵੀ ਜਦੋਂ ਫਕੀਰ ਦਾ ਕੋਲ ਯਾਦ ਹੁੰਦਾ ਹੈ, ਉਹ ਸਮਾਂ ਯਾਦ ਹੁੰਦਾ ਹੈ, ਉਹ ਫਕੀਰ ਦਾ ਬਚਨ ਯਾਦ ਹੁੰਦਾ ਹੈ ਕਿ ਜਾ ਪੁੱਤ ਅੱਜ ਤੋਂ ਬਾਅਦ ਫਿਰ ਜੱਜ ਹੀ ਲੱਗੇਗਾ। ਤਾਂ ਉਹ ਸਭ ਕੁਝ ਸੋਚ ਕੇ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ। ਜਦੋਂ ਕੋਈ ਫਕੀਰ ਜਾਂ ਕੋਈ ਮੰਗਣ ਵਾਲਾ ਗਲੀ ਵਿੱਚੋਂ ਲੰਘਦਾ ਹੈ ਤਾਂ ਉਹ ਭੱਜ ਕੇ ਦੇਖਦਾ ਹੈ ਕਿਤੇ ਉਹੀ ਫਕੀਰ ਤਾਂ ਨਹੀਂ। ਫਿਰ
ਨਾ ਤਾਂ ਕਦੀ ਉਸ ਨੂੰ ਫਕੀਰ ਮਿਲਿਆ ਤੇ ਨਾ ਹੀ ਕਦੀ ਉਸ ਦਾ ਪਤਾ ਲੱਗ ਸਕਿਆ ਕਿ ਉਹ ਕੌਣ ਸੀ, ਕੀ ਸੀ। ਪਤਾ ਨਹੀਂ ਕਿਹੜਾ ਪੀਰ ਵਲੀ ਗੁਰੂ ਸੰਤ ਸੀ। ਕੋਈ ਵੀ ਫਕੀਰ ਹੈ, ਸਾਨੂੰ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ। ਜੇ ਕੋਈ ਫਕੀਰ ਖਾਣ ਨੂੰ ਰੋਟੀ ਜਾਂ ਪਾਣੀ ਮੰਗੇ ਤਾਂ ਉਸ ਨੂੰ ਖੈਰ ਜ਼ਰੂਰ ਪਾਣੀ ਚਾਹੀਦੀ ਹੈ, ਉਸ ਦਾ ਪੁੰਨ ਲੱਗਦਾ ਹੈ। ਜੇ ਫਕੀਰ ਮੌਜ ਵਿੱਚ ਬਚਨ ਕਰ ਦੇਵੇ ਤਾਂ ਸੱਚ ਵੀ ਹੋ ਜਾਂਦਾ ਹੈ। ਪਰ ਅੱਜ ਕੱਲ੍ਹ ਨਕਲੀ ਫਕੀਰ ਗਲੀਆਂ ਵਿੱਚ ਘੁੰਮਦੇ ਦੇਖਦੇ ਹਨ, ਜੋ ਦਿਨ ਵਿੱਚ ਮੰਗਦੇ ਹਨ ਅਤੇ ਰਾਤ ਨੂੰ ਸ਼ਰਾਬਾਂ ਪੀਂਦੇ ਹਨ। ਸੋ ਉਹ ਬਾਹਰੋਂ ਆਏ ਕੁਝ ਇਸ ਤਰ੍ਹਾਂ ਦੇ ਹਨ, ਬਾਹਰਲੇ ਰਾਜਾਂ ਤੋਂ। ਸੋ ਸਾਨੂੰ ਸਹੀ ਫਕੀਰ ਦੀ ਪਹਿਚਾਣ ਕਰਨੀ ਚਾਹੀਦੀ ਹੈ, ਕਿਉਂਕਿ ਸਹੀ ਫਕੀਰ ਦੀ ਪਹਿਚਾਣ ਕਰਨੀ ਔਖੀ ਹੈ, ਕਿਉਂਕਿ ਫਕੀਰਾਂ ਦਾ ਰੁਤਬਾ ਬਹੁਤ ਉੱਚਾ ਹੈ। ਕਿਉਂਕਿ ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖੈਰ ਨਾ ਪਾਈਏ। ਸੋ ਫਕੀਰਾਂ ਨੂੰ ਖੈਰ ਪਾਉਣੀ ਚਾਹੀਦੀ ਹੈ। ਸੋ ਉਸ ਦਾ ਸਾਨੂੰ ਪੁੰਨ ਮਿਲਦਾ ਹੈ। ਜੇਕਰ ਫਕੀਰ ਪਹੁੰਚਿਆ ਹੋਵੇ, ਸੋ ਮੌਜ ਵਿੱਚ ਆ ਕੇ ਕੋਈ ਬਚਨ ਕਰ ਜਾਵੇ ਤਾਂ ਕਈ ਵਾਰੀ ਸੱਚ ਵੀ ਹੋ ਜਾਂਦਾ ਹੈ। ਜੋ ਅਸਲੀ ਫਕੀਰ ਹੁੰਦੇ ਹਨ, ਉਹਨਾਂ ਦੇ ਬੋਲਾਂ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਬੰਦਗੀ ਕੀਤੀ ਹੁੰਦੀ ਹੈ। ਸੋ ਇਸ ਜ਼ਬਾਨ 'ਤੇ ਉਹਨਾਂ ਨੇ ਪਰਮਾਤਮਾ ਦਾ ਇੰਨਾ ਨਾਮ ਲਿਆ ਹੁੰਦਾ ਹੈ ਕਿ ਪਰਮਾਤਮਾ ਦਾ ਵਾਸ ਉਹਨਾਂ ਦੀ ਜੀਭ 'ਤੇ ਹੋ ਜਾਂਦਾ ਹੈ, ਜਿਸ ਨੂੰ ਵਾਕ ਸਿੱਧੀ ਵੀ ਕਹਿੰਦੇ ਹਨ। ਕਈ ਫਕੀਰ ਜੋ ਮੂੰਹ ਵਿੱਚੋਂ ਬੋਲਣ, ਜੋ ਕਹਿਣ, ਸੋ ਹੀ ਹੋ ਜਾਂਦਾ ਹੈ। ਇਸ ਲਈ ਫਕੀਰ ਬਹੁਤ ਜ਼ਿਆਦਾ ਘੱਟ ਬੋਲਦੇ ਹਨ ਅਤੇ ਸੋ ਉਹਨਾਂ ਨਾਲ ਹੀ ਜ਼ਿਆਦਾ ਗੱਲਾਂ ਕਰਦੇ ਹਨ, ਜਿਨ੍ਹਾਂ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ। ਫਕੀਰ ਦੀ ਸੇਵਾ ਕਰਨੀ, ਕਿਸੇ ਫਕਰ ਦੀ ਸੇਵਾ ਕਰਨੀ, ਸੰਤ ਦੀ ਸੇਵਾ ਕਰਨੀ ਸਭ ਤੋਂ ਉੱਤਮ ਸੇਵਾ ਹੈ। ਸੋ ਦੂਸਰੀ ਸੇਵਾ ਮਾਂ ਬਾਪ ਦੀ ਹੈ। ਸੋ ਫਕੀਰ ਤਾਂ ਜੋ ਫਕਰ ਹੁੰਦੇ ਹਨ, ਫਕਰ ਸੁੱਕੀਆਂ ਨਦੀਆਂ ਨੂੰ ਵਗਣ ਲਾ ਦਿੰਦੇ ਹਨ। ਸੋ ਉਜੜੇ ਬਾਗ ਹਰੇ ਭਰੇ ਕਰ ਦਿੰਦੇ ਹਨ। ਇਸ ਲਈ ਸਾਨੂੰ ਸੋਚ ਸਮਝ ਕੇ ਦੁਨੀਆ ਵਿੱਚ ਵਿਚਰਨਾ ਚਾਹੀਦਾ ਹੈ। ਔਰ ਕਈ ਤਰ੍ਹਾਂ ਦੀ ਦੁਨੀਆ ਹੈ। ਸੋ ਜੋ ਫਕੀਰ ਦੇ ਮਕਾਮ ਹਨ, ਉਹ ਅਲੱਗ ਹੀ ਹਨ। ਉਹਨਾਂ ਦੇ ਰਹਿਣ ਸਹਿਣ ਦਾ ਢੰਗ, ਖਾਣਾ ਪੀਣਾ ਦੁਨੀਆ ਤੋਂ ਵੱਖਰਾ ਹੁੰਦਾ ਹੈ।